ਤੁਹਾਡਾ ਸਭ ਦਾ ਅੱਜ ਦੀ ਇਸ ਕਲਾਸ ਵਿੱਚ ਸਵਾਗਤ ਹੈ। ਸਾਡਾ ਅੱਜ ਦਾ ਲੈਕਚਰ 9ਵੀਂ ਜਮਾਤ ਦੇ ਵਿਦਿਆਰਥੀਆਂ ਲਈ ਹੈ। ਅੱਜ ਅਸੀਂ 9ਵੀਂ ਜਮਾਤ ਦੇ ਵਿਦਿਆਰਥੀਆਂ ਲਈ ਹੀਰੋ ਦਾ ਸੂਤਰ ਚੈਪਟਰ ਵਿੱਚੋਂ ਪੜਾਂਗੇ। ਤਾਂ ਬੱਚਿਓ ਅੱਜ ਅਸੀਂ ਇਸ ਚੈਪਟਰ ਦੇ ਵਿੱਚੋਂ ਅਭਿਆਸ 12.2 ਦੇ ਕੁਝ ਸਵਾਲ ਹੱਲ ਕਰਾਂਗੇ। ਤਾਂ ਆਓ ਬੱਚਿਓ ਆਪਾਂ ਅਭਿਆਸ 12.2 ਦੇ ਕੁਝ ਸਵਾਲ ਹੱਲ ਕਰੀਏ। ਸਾਡੇ ਕੋਲ ਪਹਿਲਾ ਸਵਾਲ ਹੈ, ਇੱਕ ਤ੍ਰਿਭੁਜ ਅਤੇ ਸਮਾਂਤਰ ਚਤੁਰਭੁਜ ਦਾ ਇੱਕ ਹੀ ਆਧਾਰ ਹੈ ਅਤੇ ਖੇਤਰਫਲ ਵੀ ਇੱਕ ਹੈ। ਜੇਕਰ ਤ੍ਰਿਭੁਜ ਦੀਆਂ ਭੁਜਾਵਾਂ 26 ਸਮ 28 ਸਮ ਅਤੇ 30 ਸਮ ਹੋਣ ਅਤੇ ਸਮਾਂਤਰ ਚਤੁਰਭੁਜ 28 ਸਮ ਭੁਜਾ ਦੇ ਆਧਾਰ ਤੇ ਸਥਿਤ ਹੋਵੇ ਤਾਂ ਉਸ ਦੀ ਸੰਗਤ ਉਚਾਈ ਪਤਾ ਕਰੋ। ਤਾਂ ਬੱਚਿਓ ਸਾਨੂੰ ਇਸ ਸਵਾਲ ਵਿੱਚ ਦਿੱਤਾ ਹੈ, ਸਾਡੇ ਕੋਲ ਇੱਕ ਤ੍ਰਿਭੁਜ ਹੈ, ਇੱਕ ਸਮਾਂਤਰ ਚਤੁਰਭੁਜ ਹੈ। ਜੋ ਸਮਾਂਤਰ ਚਤੁਰਭੁਜ ਹੈ ਉਹ ਤ੍ਰਿਭੁਜ ਦੀ 28 ਸਮ ਭੁਜਾ ਵਾਲੇ ਆਧਾਰ ਤੇ ਬਣੀ ਹੈ। ਤਾਂ ਦੋਨਾਂ ਦੇ ਬੱਚਿਓ ਸਾਨੂੰ ਜਿਹੜੇ ਖੇਤਰਫਲ ਬਰਾਬਰ ਦਿੱਤੇ ਹਨ, ਤਾਂ ਅਸੀਂ ਸਮਾਂਤਰ ਚਤੁਰਭੁਜ ਦੀ ਸੰਗਤ ਉਚਾਈ ਪਤਾ ਕਰਨੀ ਹੈ। ਤਾਂ ਆਓ ਬੱਚਿਓ ਆਪਾਂ ਦੇਖਦੇ ਹਾਂ ਕਿਸ ਤਰ੍ਹਾਂ ਹੈ। ਇਹ ਸਾਡੇ ਕੋਲ ਇੱਕ ਤ੍ਰਿਭੁਜ ਹੈ। ਇਸ ਤਰ੍ਹਾਂ ਬੱਚਿਓ ਅਸੀਂ ਤ੍ਰਿਭੁਜ ਨੂੰ ਬਣਾਉਣੇ ਹਾਂ। ਇਹ ਸਾਡੇ ਕੋਲ ਇੱਕ ਤ੍ਰਿਭੁਜ ਹੈ। ਇਸ ਬੱਚਿਓ ਇਸ ਦੇ ਉੱਤੇ ਇੱਕ ਸਮਾਂਤਰ ਚਤੁਰਭੁਜ ਬਣੀ ਹੈ ਇਸ ਤਰ੍ਹਾਂ। ਤਾਂ ਸਾਡੇ ਕੋਲ ਬੱਚਿਓ ਤ੍ਰਿਭੁਜ ਦੀਆਂ ਭੁਜਾਵਾਂ 26 ਸਮ 28 ਸਮ ਅਤੇ 30 ਸਮ। 28 ਸਮ ਭੁਜਾ ਤੇ ਚਤੁਰਭੁਜ ਬਣੀ ਹੈ। ਤਾਂ ਬੱਚਿਓ ਜਾਣੀ ਕਿ ਜੋ 28 ਸਮ ਵਾਲੀ ਭੁਜਾ ਹੈ ਇਹ ਸਾਡੇ ਕੋਲੇ ਤ੍ਰਿਭੁਜ ਅਤੇ ਚਤੁਰਭੁਜ ਦੇ ਵਿੱਚ ਕੀ ਹੈ, ਸਾਂਝੀ ਹੈ। ਦੂਸਰੀ ਬੱਚਿਓ ਇਸ ਨੂੰ ਅਸੀਂ 26 ਸਮ ਲਿਖ ਲੈਂਦੇ ਹਾਂ, ਇਸ ਨੂੰ ਅਸੀਂ 30 ਸਮ ਲਿਖ ਲੈਂਦੇ ਹਾਂ। ਤਾਂ ਇਹ ਸਾਡੇ ਕੋਲੇ ਤ੍ਰਿਭੁਜ ਦੀਆਂ ਭੁਜਾਵਾਂ ਆ ਗਈਆਂ 26 ਸਮ 28 ਸਮ ਅਤੇ 30 ਸਮ। ਜੋ ਸਮਾਂਤਰ ਚਤੁਰਭੁਜ ਹੈ ਉਹ 28 ਸਮ ਭੁਜਾ ਦੇ ਆਧਾਰ ਤੇ ਸਥਿਤ ਹੈ। ਤਾਂ ਇਹ ਸਾਡੇ ਕੋਲ ਤ੍ਰਿਭੁਜ ਹੈ ਜਿਸ ਦੀ ਲੰਬਾਈ 28 ਸਮ ਹੈ, ਉਸ ਤੇ ਸਮਾਂਤਰ ਚਤੁਰਭੁਜ ਬਣੀ ਹੈ। ਤਾਂ ਬੱਚਿਓ ਅਸੀਂ ਪਤਾ ਕੀ ਕਰਨਾ ਹੈ, ਸਮਾਂਤਰ ਚਤੁਰਭੁਜ ਦੀ ਸੰਗਤ ਉਚਾਈ। ਤਾਂ ਮੰਨ ਲਓ ਸਾਡੇ ਕੋਲ ਬੱਚਿਓ ਇਹ ਜਿਹੜਾ ਸਾਡੇ ਕੋਲ ਸਮਾਂਤਰ ਚਤੁਰਭੁਜ ਹੈ ਇਹ ਇਸ ਦੀ ਉਚਾਈ ਹੈ, ਇਸ ਨੂੰ ਅਸੀਂ h ਨਾਲ ਲਿਖਦੇ ਹਾਂ। ਤਾਂ ਇਹ ਉਚਾਈ ਅਸੀਂ ਪਤਾ ਕਰਨੀ ਹੈ। ਸਾਡੇ ਕੋਲ ਇਹ ਤ੍ਰਿਭੁਜ ਤੇ ਅਤੇ ਜੋ ਆ ਸਮਾਂਤਰ ਚਤੁਰਭੁਜ ਹੈ ਇਹਨਾਂ ਦੋਨਾਂ ਦੇ ਸਾਨੂੰ ਖੇਤਰਫਲ ਬਰਾਬਰ ਦਿੱਤੇ ਹਨ। ਤਾਂ ਆਓ ਬੱਚਿਓ ਆਪਾਂ ਸਵਾਲ ਨੂੰ ਕਿਸ ਤਰ੍ਹਾਂ ਹੱਲ ਕਰਨਾ ਹੈ। ਤਾਂ ਬੱਚਿਓ ਦੇਖਦੇ ਹਾਂ, ਪਹਿਲਾਂ ਸਾਨੂੰ ਤ੍ਰਿਭੁਜ ਦੀਆਂ ਤਿੰਨੇ ਭੁਜਾਵਾਂ ਦਿੱਤੀਆਂ ਹਨ। ਤਾਂ ਅਸੀਂ ਇਹ ਤਿੰਨੇ ਭੁਜਾਵਾਂ ਦਿੱਤੀਆਂ ਹਨ, ਇਸ ਤੋਂ ਅਸੀਂ ਇਸ ਦਾ ਖੇਤਰਫਲ ਪਤਾ ਕਰਾਂਗੇ। ਕਿਹੜੇ ਸੂਤਰ ਦੀ ਵਰਤੋਂ ਕਰਕੇ? ਹੀਰੋ ਸੂਤਰ ਦੀ ਵਰਤੋਂ ਕਰਕੇ। ਤਾਂ ਬੱਚਿਓ ਪਹਿਲਾਂ ਅਸੀਂ ਤ੍ਰਿਭੁਜ ਦਾ ਨਾਮ ਰੱਖ ਲੈਂਦੇ ਹਾਂ A B C। ਅੱਗੇ ਬੱਚਿਓ ਅਸੀਂ ਇੱਥੇ ਨਾਮ ਦਿੰਦੇ ਹਾਂ D, ਇਹਨੂੰ ਅਸੀਂ ਰੱਖਤਾ E। ਇੱਥੇ ਬੱਚਿਓ ਇਸ ਨੂੰ ਨਾਮ ਦੇ ਦਿੰਦੇ ਹਾਂ ਅਸੀਂ L। ਤਾਂ ਸਭ ਤੋਂ ਪਹਿਲਾਂ ਬੱਚਿਓ ਅਸੀਂ ਤ੍ਰਿਭੁਜ ABC ਦਾ ਖੇਤਰਫਲ ਪਤਾ ਕਰਦੇ ਹਾਂ। ਖੇਤਰਫਲ ਤਾਂ ਬੱਚਿਓ ਇਹ ਖੇਤਰਫਲ ਅਸੀਂ ਕਿਸ ਤਰ੍ਹਾਂ ਪਤਾ ਕਰਾਂਗੇ? ਕਿਉਂਕਿ ਸਾਨੂੰ ਤਿੰਨੇ ਭੁਜਾਵਾਂ ਦਿੱਤੀਆਂ ਹਨ, ਤਾਂ ਹੀਰੋ ਸੂਤਰ ਦੀ ਵਰਤੋਂ ਕਰਕੇ। ਹੀਰੋ ਸੂਤਰ ਦੀ ਵਰਤੋਂ ਕਰਕੇ। ਤਾਂ ਬੱਚਿਓ ਸਾਨੂੰ ਪਤਾ ਹੈ ਜਦੋਂ ਅਸੀਂ ਹੀਰੋ ਸੂਤਰ ਦੀ ਵਰਤੋਂ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਤ੍ਰਿਭੁਜ ਦੀਆਂ ਭੁਜਾਵਾਂ ਲਿਖਦੇ ਹਾਂ। ਤ੍ਰਿਭੁਜ ਦੀਆਂ ਭੁਜਾਵਾਂ ਬੱਚਿਓ ਸਾਡੇ ਕੀ ਹਨ? ਮੰਨ ਲਓ ਬੱਚਿਓ ਇਸ ਨੂੰ ਅਸੀਂ A ਮੰਨ ਲੈਂਦੇ ਹਾਂ, ਇਸ ਨੂੰ ਅਸੀਂ B ਤੇ ਇਸ ਨੂੰ ਅਸੀਂ C ਭੁਜਾ ਮੰਨ ਲੈਂਦੇ ਹਾਂ। ਤਾਂ ਬੱਚਿਓ ਸਾਡੇ ਕੋਲ A ਕਿੰਨਾ ਆ ਗਿਆ? ਸਾਡੇ ਕੋਲ A ਸਾਡੇ ਕੋਲ ਹੈ 26 ਸਮ, B ਸਾਡੇ ਕੋਲ ਹੈ 30 ਸਮ ਤੇ C ਭੁਜਾ ਸਾਡੇ ਕੋਲ ਬਣ ਗਈ ਬੱਚਿਓ 28 ਸਮ। ਤਾਂ ਹੁਣ ਬੱਚਿਓ ਅਸੀਂ ਕੀ ਪਤਾ ਕਰਨਾ ਹੈ? S। ਤਾਂ ਬੱਚਿਓ S ਕੀ ਹੁੰਦਾ ਸਾਡੇ ਕੋਲੇ? ਸਾਨੂੰ ਪਤਾ ਵੀ S ਇੱਕ ਸੈਮੀ ਪੈਰੀਮੀਟਰ ਯਾਨੀ ਕਿ ਅੱਧਾ ਪਰਿਮਾਪ ਹੁੰਦਾ ਹੈ। ਤਾਂ ਬੱਚਿਓ ਇਸ ਕਿਸ ਤਰ੍ਹਾਂ ਪਤਾ ਕਰਦੇ ਹਾਂ? ਤਿੰਨੇ ਭੁਜਾਵਾਂ ਦਾ ਜੋੜ ਕਰ ਲੈਂਦੇ ਹਾਂ ਤੇ ਉਸ ਨੂੰ 2 ਨਾਲ ਭਾਗ ਕਰ ਦਿੰਦੇ ਹਾਂ। ਕਿਉਂਕਿ ਜਦੋਂ ਬੱਚਿਓ ਅਸੀਂ ਤ੍ਰਿਭੁਜ ਦੀਆਂ ਤਿੰਨੇ ਭੁਜਾਵਾਂ ਜੋੜ ਕੀਤਾ ਤਾਂ ਉਸ ਦਾ ਪਰਿਮਾਪ ਬਣ ਗਿਆ। ਪਰਿਮਾਪ ਨੂੰ 2 ਨਾਲ ਭਾਗ ਕੀਤਾ ਤਾਂ ਅਰਧ ਪਰਿਮਾਪ ਬਣ ਗਿਆ, ਯਾਨੀ ਕਿ ਅੱਧਾ ਪਰਿਮਾਪ ਬਣ ਗਿਆ। ਇਹ ਬੱਚਿਓ ਅਸੀਂ ਲਿਖਿਆ 26 30 28 ਬਟਾ 2। ਬੱਚਿਓ ਆਪਾਂ ਜੋੜ ਕਰਕੇ 26 30 28 ਇਹ ਸਾਡੇ ਕੋਲ ਬਣ ਜਾਵੇਗਾ 84 84। 2 ਨਾਲ ਭਾਗ ਕੀਤਾ ਬੱਚਿਓ ਕਿੰਨਾ ਰਹਿ ਗਿਆ? 42। ਇਹ ਸਾਡੇ ਕੋਲ ਬੱਚਿਓ ਆ ਗਿਆ 42 ਸਮ। ਤਾਂ ਬੱਚਿਓ S ਸਾਡੇ ਕੋਲ ਆ ਗਿਆ 42 ਸਮ। ਤਾਂ ਬੱਚਿਓ ਹੁਣ ਅਸੀਂ ਹੀਰੋ ਸੂਤਰ ਲਿਖ ਕੇ ਤ੍ਰਿਭੁਜ ABC ਦਾ ਖੇਤਰਫਲ ਪਤਾ ਕਰਦੇ ਹਾਂ।
ਤਾਂ ਬੱਚਿਓ ਤ੍ਰਿਭੁਜ ABC ਦਾ ਖੇਤਰਫਲ। ਬੱਚਿਓ ਕੀ ਲਾਉਣਾ ਸੀ? ਹੀਰੋ ਸੂਤਰ ਕੀ ਹੁੰਦਾ ਹੈ? S ਘਟਾਓ A ਬ੍ਰੈਕਟ S ਘਟਾਓ B ਬ੍ਰੈਕਟ S ਘਟਾਓ C ਸਾਰੇ ਦਾ ਬੱਚਿਓ ਵਰਗ ਮੂਲ। ਤਾਂ ਬੱਚਿਓ ਅਸੀਂ ਜਿਹੜਾ ਵਰਗ ਮੂਲ ਕੀਤਾ, ਹੁਣ ਅਸੀਂ ਮੁੱਲ ਭਰਦੇ ਹਾਂ। S ਸਾਡੇ ਕੋਲ 42 ਹੈ, ਅੱਗੇ ਬੱਚੇ ਲਿਖਿਆ 42 ਘਟਾਓ ਪਹਿਲੀ ਭੁਜਾ 26, ਫਿਰ ਬੱਚਿਓ ਅਸੀਂ 42 ਦੇ ਵਿੱਚੋਂ ਘਟਾਇਆ दूसरी भुजा, फिर असीं 42 ਵਿੱਚੋਂ ਘਟਾਇਆ तीसरी भुजा। ये बच्चों सारे को आ गया। तो बच्चों इसमें आप आगे लिखते हैं, ये सारे को आ गया 42 बच्चों 42 26 कटे 16, 42 तो 30 कटे बच्चों 12 ते 42 जो 28 कटे बच्चों साडे कोल 14। सारे बच्चों की आ गया साडे कोल वर्ग मूल। ਹੁਣ ਬੱਚਿਓ ਆਪਾਂ ਇਸ ਨੂੰ ਹੱਲ ਕਰਨਾ ਹੈ। ਬੱਚਿਓ ਜਦੋਂ ਆਪਾਂ ਇਸ ਨੂੰ ਹੱਲ ਕਰਾਂਗੇ, ਇਸ ਦਾ ਵਰਗਮੂਲ ਪਤਾ ਕਰਾਂਗੇ, ਤਾਂ ਸਾਡੇ ਕੋਲ ਜੋ ਇਸ ਦਾ ਆਨਸਰ ਆ ਜਾਵੇਗਾ ਉਹ ਆ ਜਾਵੇਗਾ ਸਾਡੇ ਕੋਲੇ 336। ਕਿਉਂਕਿ ਬੱਚਿਓ ਇਹ ਖੇਤਰਫਲ ਹੈ ਤਾਂ ਅਸੀਂ ਲਿਖਾਂਗੇ ਉਹਨੂੰ ਸੈਂਟੀਮੀਟਰਾਂ ਵਰਗ ਦੇ ਵਿੱਚ। ਤਾਂ ਬੱਚਿਓ ਇਸ ਨੂੰ ਪਹਿਲਾਂ ਹੱਲ ਕਰਨਾ ਹੈ, ਗੁਣਾ ਕਰਨਾ ਹੈ, ਜਾਂ ਆਪਾਂ ਇਸ ਤੇ ਗੁਣਨਖੰਡ ਬਣਾ ਕੇ ਇਸ ਦਾ ਵਰਗਮੂਲ ਪਤਾ ਕਰਨਾ ਹੈ। ਉਹ ਸਾਡੇ ਕੋਲੇ 336 ਸੈਂਟੀਮੀਟਰ ਵਰਗ ਆ ਜਾਵੇਗਾ। क्योंकि बच्चों ਅਸੀਂ ਖੇਤਰਫਲ ਪਤਾ ਕੀਤਾ ਹੈ, ਇਸ ਕਰਕੇ ਸੈਂਟੀਮੀਟਰ ਵਰਗ ਦੇ ਵਿੱਚ ਹੋਵੇਗਾ। ਤਾਂ ਬੱਚਿਓ ਅਸੀਂ ਕੀ ਕੀਤਾ ਹੈ, ਇਸ ਤ੍ਰਿਭੁਜ ਦਾ ਖੇਤਰਫਲ ਅਸੀਂ ਪਤਾ ਕਰ ਲਿਆ ਹੈ। ਤਾਂ ਬੱਚਿਓ ਹੁਣ ਸਾਨੂੰ ਸਵਾਲ ਦੇ ਵਿੱਚ ਕੀ ਦਿੱਤਾ ਹੈ ਵੀ ਇਹ ਤ੍ਰਿਭੁਜ ਦਾ ਖੇਤਰਫਲ ਅਤੇ ਆ ਸਮਾਂਤਰ ਚਤੁਰਭੁਜ ਦਾ ਖੇਤਰਫਲ ਕੀ ਹੈ? 1 ਹੈ। 1 ਹੈ ਤਾਂ ਭਾਵ ਬੱਚਿਓ ਇੱਕੋ ਹੈ, ਯਾਨੀ ਕਿ ਉਹਨਾਂ ਦਾ ਖੇਤਰਫਲ ਕੀ ਹੈ ਉਹ ਬਰਾਬਰ ਹੈ। ਤਾਂ ਬੱਚਿਓ ਅਸੀਂ ਲਿਖਦੇ ਹਾਂ ਕਿ ਇਸ ਨੂੰ सवाल दी शर्त अनुसार समांतर चतुर्भुज का खेत्रफल, समांतर चतुर्भुज का खेत्रफल बच्चों किसके बराबर है? त्रिभुज ABC का खेत्रफल। ਤਾਂ ਬੱਚਿਓ ਸਾਨੂੰ ਪਤਾ ਹੈ ਕਿ ਸਮਾਂਤਰ ਚਤੁਰਭੁਜ ਦਾ ਖੇਤਰਫਲ ਕੀ ਹੁੰਦਾ ਹੈ ਜਦੋਂ ਸਾਨੂੰ ਉਸ ਦਾ ਇੱਕ ਆਧਾਰ ਅਤੇ ਉਸ ਦੇ ਆਧਾਰ ਉੱਤੇ ਜੋ ਸੰਗਤ ਉਚਾਈ ਹੈ ਉਹ ਪਤਾ ਹੋਵੇ। ਬੱਚਿਓ ਲੇਕਿਨ ਸਾਨੂੰ ਪਤਾ ਤਾਂ ਨਹੀਂ ਹੈ, ਅਸੀਂ ਇਸ ਨੂੰ h ਮੰਨਿਆ ਹੈ ਕਿਉਂਕਿ ਇਹ ਅਸੀਂ ਪਤਾ ਕਰਨੀ ਹੈ, ਜਾਣੀ ਕਿ ਸਾਡੇ ਕੋਲ ਆਧਾਰ ਕਿੰਨਾ ਹੈ 28 ਤੇ ਸੰਗਤ ਉਚਾਈ ਇਸ ਨੂੰ h ਮੰਨਿਆ ਹੈ। ਤਾਂ ਸਮਾਂਤਰ ਚਤੁਰਭੁਜ ਦਾ ਖੇਤਰਫਲ ਬੱਚਿਓ ਕੀ ਹੋ ਗਿਆ? ਆਧਾਰ ਗੁਣਾ ਸੰਗਤ ਉਚਾਈ। संगत ऊंचाई त्रिभुज का क्षेत्रफल बच्चों ਅਸੀਂ ਹੁਣੇ ਪਤਾ ਕੀਤਾ ਹੈ ਕਿੰਨਾ ਸਾਡੇ ਕੋਲੇ 336 ਸੈਂਟੀਮੀਟਰ ਵਰਗ। ਤਾਂ ਅਸੀਂ ਬੱਚਿਓ ਇਸ ਲਿਖਿਆ 336। ਬੱਚਿਓ ਆਧਾਰ ਸਾਡੇ ਕੋਲ ਕਿੰਨਾ ਹੈ 28, ਸੰਗਤ ऊंचाई ਨੂੰ ਅਸੀਂ ਕੀ ਮੰਨਿਆ ਹੈ h ਬਰਾਬਰ ਕਿੰਨਾ ਇਹਦੇ ਵਿੱਚੋਂ 336। ਤਾਂ ਇਸ ਤਰ੍ਹਾਂ ਸਾਡੇ ਕੋਲ ਬੱਚਿਓ h ਕਿੰਨਾ ਆ ਗਿਆ 336 ਬਟਾ 28। ਇਹ ਵਿੱਚੋਂ ਜਾ ਕੇ ਬਟੇ ਹੋ ਜਾਣੇ ਹੈ बच्चों, जिसमें आप कटांगे साढ़े को आ जाना है साढ़े को ये 12 आ जाना है। तो इस तरह बच्चों साढ़े को h कितना आ गया 12 सम। तो बच्चों h की है साढ़े को इस समांतर चतुर्भुज की संगत ऊंचाई। तो इस तरह बच्चों असी इसकी संगत ऊंचाई पता कर ली है। बच्चे साढ़े को अगे सवाल है, एक सम चतुर्भुज आकार घा दे खेत विच 18 गवां दे चल लई घाह है। जेकर इस सम चतुर्भुज की हरेक भुजा 30 मीटर होवे अते वड्डा विकर्ण 28 मीटर होवे तां हरेक गऊ दे चरण लई घाह दे खेत दा कितना खेत्रफल प्राप्त होवेगा। तां बच्चों असीं की करना है भी असीं दसना भी हरेक गऊ साडे कोल 18 गवां हन तां हरेक गऊ घाह दे खेत दा कितना खेत्रफल चरेगी। तो बच्चों इस वास्ते सानू सब तो पहला घाह दे खेत का कुल खेत्रफल प्राप्त करना होगा। जो सानू उसका कुल खेत्रफल प्राप्त हो गया तो फिर असी 18 गवां की गिनती नाल उसनू भाग कर देना है। तो वो साडे कोल बच्चों हरेक गऊ द्वारा चरे गए खेत का खेत्रफल साडे कोले आ जाएगा। तो आओ बच्चों आप सवाल हल करते हैं। तो पहला साडे कोल बच्चों है एक सम चतुर्भुज।
ਤਾਂ ਸਭ ਤੋਂ ਪਹਿਲਾਂ ਬੱਚੋ ਅਸੀਂ ਇੱਕ ਸਮ ਚਤੁਰਭੁਜ ਬਣਾਉਣੀ ਹੈ। ਬੱਚੋ ਸਾਨੂੰ ਪਤਾ ਹੈ ਵੀ ਸਮ ਚਤੁਰਭੁਜ ਦੀਆਂ ਚਾਰੇ ਭੁਜਾਵਾਂ ਬੱਚੋ ਕੀ ਹੁੰਦੀਆਂ ਹਨ, ਬਰਾਬਰ ਹੁੰਦੀਆਂ ਹਨ। ਤਾਂ ਬੱਚੋ ਇਹ ਸਾਡੇ ਕੋਲ ਇੱਕ ਸਮਾਨ ਸਮ ਚਤੁਰਭੁਜ ਹੈ। ਬੱਚੋ ਇਸ ਦਾ ਨਾਮ ਰੱਖ ਲਿਆ A B C D। ਤਾਂ ਬੱਚੋ ਹਰੇਕ ਭੁਜਾ ਕਿੰਨੀ ਹੈ ਸਾਡੇ ਕੋਲੇ 30 मीटर। ਇਹ ਬੱਚੋ 30 मीटर है, ਇਹ ਵੀ ਸਾਡੇ ਕੋਲੇ 30 मीटर है, ਇਹ ਵੀ ਸਾਡੇ ਕੋਲੇ 30 मीटर। ਤਾਂ ਬੱਚੋ ਇਹ ਭੁਜਾ ਵੀ ਸਾਡੇ ਕੋਲੇ 30 मीटर। ਤਾਂ ਬੱਚੋ ਸਾਡੇ ਕੋਲ ਚਾਰੇ ਭੁਜਾਵਾਂ ਬਰਾਬਰ ਹੁੰਦੀਆਂ ਹਨ ਸਮ ਚਤੁਰਭੁਜ ਦੀਆਂ। दूसरा बच्चों सानू की दिता है बड़ा विकर्ण 28 मीटर है। तो बच्चों ਅਸੀਂ देखना दोनों विकर्ण के ਵਿੱਚੋਂ बड़ा विकर्ण ਕਿਹੜਾ है। तो बच्चों हम देख रहे हैं कि ये विकर्ण है बड़ा है, क्योंकि बच्चों ये छोटा है, ये इस तो बड़ा है। तो सारे कोले बड़ा विकर्ण सारे कोले ये वाला है। ये बच्चों सारे कोले बड़ा विकर्ण आ गया। तो इसकी बच्चों लंबाई कितनी है सारे कोले 28 मीटर। 28 मीटर। तो बच्चों हुण असीं इस खेत का क्षेत्रफल पता करते हैं। तो असीं देखिए बच्चों सारे कोल जो ये खेत है ये दो भागों में वंडिया गया है, एक ऊपर वाली त्रिभुज एक नीचे वाली त्रिभुज। यानी कि जो सम त्रिभुज का क्षेत्रफल है असीं उसनूं दो त्रिभुजां के क्षेत्रफल दे विच वंड लिया है। तो हुण बच्चों सानूं पता लग गया भी ये त्रिभुज है A B C। तो सानूं इस दियां तिन्ने भुजावां पता हैं A D C। इस त्रिभुज ਦੀਆਂ ਤਿੰਨੇ ਭੁਜਾਵਾਂ ਸਾਨੂੰ ਪਤਾ ਲੱਗ ਗਈਆਂ ਹਨ। ਤਾਂ ਬੱਚੋ ਜਦੋਂ ਸਾਨੂੰ ਤਿੰਨੇ ਭੁਜਾਵਾਂ ਪਤਾ ਹਨ ਤਾਂ ਅਸੀਂ ਇਸ ਤੇ ਹੀਰੋ ਸੂਤਰ ਦੀ ਵਰਤੋਂ ਕਰ ਸਕਦੇ ਹਾਂ। ਤਾਂ ਬੱਚੋ ਸਭ ਤੋਂ ਪਹਿਲਾਂ ਅਸੀਂ त्रिभुज ABC ਦਾ ਖੇਤਰਫਲ ਪਤਾ ਕਰਦੇ ਹਾਂ। ਤਾਂ ਬੱਚੋ ਕਿਹੜੇ ਸੂਤਰ ਦੀ ਵਰਤੋਂ ਕਰਾਂਗੇ, ਹੀਰੋ ਸੂਤਰ ਦੀ। ਹੀਰੋ ਸੂਤਰ ਦੀ ਵਰਤੋਂ ਕਰਕੇ। तो बच्चों सानू पता है भी जो असीं हीरो सूत्र की वरतों करते हाँ तो सब तो पहला की पता करते हाँ उसका अद्धा परिमाप सैमी पेरीमीटर। तो बच्चों ये वास्ते असीं भुजावां लिखते हैं। इसनूं मान लो भुजा ए बच्चों A है, A B है, इसनूं असीं छोटी C मान लिया है। तो A असीं लिखा बच्चों 30 मीटर। B भुजा असीं लिखा ये भी 30 मीटर। C भुजा बच्चों असीं लिखा 28 मीटर। हम बच्चों असीं इहदे वास्ते S पता किया सैमी पेरीमीटर A जमा B जमा C बटा 2। तो बच्चों हमारे पास 30 जमा 30 जमा 28 बटा 2। तो बच्चों कुल कितना हो गया 30 जमा 30 60 60 के बच्चों 28 जोड़िया कितना हो गया साढ़े को 88। 88 बच्चों असीं 2 नाल भाग किया बच्चों कितना साढ़े को 44। यानी साढ़े बच्चों जो एस है साढ़े को कितना है बच्चों 44 सेंटीमीटर। तो बच्चों असीं एस पता कर लिया है तो हुण असीं इसका क्षेत्रफल पता करते हैं। तो त्रिभुज ए बी सी का क्षेत्रफल। तो बच्चों की होगा साढ़े को एस एस घटाओ A ब्रैकेट फिर ब्रैकेट S घटाओ B फिर ब्रैकेट S घटाओ C। तो बच्चों सारे उत्तर से लिखना है वर्गमूल। तो बच्चों सारे S का मूल है 44। आगे सारे को S है 44 घटाओ 30 बच्चों फिर 44 घटाओ 30 आगे है बच्चों 44 घटाओ 28। बच्चों साढ़े को मूल आ गया 44। ये बच्चों साढ़े कितना आ जाएगा 14। ये बच्चों साढ़े कितना आ जाएगा ये 14। ये बच्चों साढ़े को आ जाएगा 16। तो बच्चों हम की करना है इसमें असीं गुणनखंड बना लेने हैं। गुणनखंड बना के असीं उसका जिहड़ा वर्गमूल बच्चों पता कर लेना है। तो बच्चों जो असीं इसनूं हल करांगे तां ये साढ़े कोले 432 आ जाएगा। तो बच्चों क्योंकि क्षेत्रफल है तो क्षेत्रफल का होगा बच्चों मीटर वर्ग दे विच मीटर वर्ग। तो बच्चों ये सारे को मीटर का सीगा असीं इस थोड़ा मीटर लिख लेना है। ये सारे सेंटीमीटर लिखा गया इसमें असीं मीटर लिखना है। तो बच्चों ये सारे को आ गया मीटर।
ਤਾਂ ਇਹ ਸਾਡੇ ਕੋਲ ਤ੍ਰਿਭੁਜ ABC ਦਾ ਖੇਤਰਫਲ ਆ ਗਿਆ। ਹੁਣ ਬੱਚੋ ਧਿਆਨ ਨਾਲ ਦੇਖੀਏ, ਸਾਡੇ ਕੋਲ ਤ੍ਰਿਭੁਜ ਹੈ ADC। ਤਾਂ ਬੱਚੋ ਇਹਦੀਆਂ ਭੁਜਾਵਾਂ ਕਿਹੜੀਆਂ ਹਨ? 30 30 ਤੇ 28। ਦੇਖੋ ABC ਭੁਜਾਵਾਂ ਵੀ ਸਾਡੇ ਕੋਲੇ 30 30 28 ਤੇ ਤ੍ਰਿਭੁਜ ADC ਦੀਆਂ ਭੁਜਾਵਾਂ ਵੀ ਉਹੀ ਹਨ। ਇਸ ਦਾ ਬੱਚੋ ਮਤਲਬ ਕੀ ਹੋਇਆ ਵੀ ਜਿੰਨਾ ਖੇਤਰਫਲ ਤ੍ਰਿਭੁਜ ABC ਦਾ ਹੈ ਉਹਨਾਂ ਹੀ ਖੇਤਰਫਲ ਸਾਡੇ ਕੋਲ ਤ੍ਰਿਭੁਜ ADC ਦਾ ਹੋਵੇਗਾ, ਕਿਉਂਕਿ ਦੋਨਾਂ ਦੀਆਂ ਤ੍ਰਿਭੁਜਾਂ ਦੀਆਂ ਭੁਜਾਵਾਂ ਆਪਸ ਵਿੱਚ ਕੀ ਹਨ? ਬਰਾਬਰ ਹਨ। ਇਸੇ ਤਰ੍ਹਾਂ ਤ੍ਰਿਭੁਜ ADC ਦਾ ਖੇਤਰਫਲ ਜੋ ਕਿਹਦੇ ਬਰਾਬਰ ਹੈ? ਤ੍ਰਿਭੁਜ ABC ਦਾ ਖੇਤਰਫਲ। ਬੱਚੋ ਕਿੰਨਾ ਸਾਡੇ ਕੋਲੇ? 432 ਮੀਟਰ ਵਰਗ। 432 ਮੀਟਰ ਵਰਗ। ਤਾਂ ਬੱਚੋ ਤੋਂ ਸਾਡੇ ਕੋਲ ਕੁੱਲ ਖੇਤਰਫਲ ਕਿੰਨਾ ਹੋ ਗਿਆ? ਖੇਤ ਦਾ ਕੁੱਲ ਖੇਤਰਫਲ। तो बच्चों 432 जमा 432 बच्चों कितना हमारे को 864 मीटर वर्ग। तो बच्चों सानू पता लग गया भी जो एक वाला खेत है इसका कुल क्षेत्रफल कितना है? 864 मीटर वर्ग। तो बच्चों हुण असीं की पता करना है? हरेक गऊ दे चल लई इस घाह दे खेत दा कितना क्षेत्रफल होवेगा। तो बच्चों से की करांगे? तो हरेक गऊ द्वारा चरे गए घाह के खेत का क्षेत्रफल, हरेक गऊ लई गऊ दे चरण लई घाह के खेत का क्षेत्रफल बराबर की बच्चों कुल क्षेत्रफल बटा गऊआं की गिनती। बच्चों आप ऐसे कह देने हैं ताकि सानू सिंपल समझ आ जाए। गऊआं की गिनती। बच्चों कुल क्षेत्रफल कितना है? 864 मीटर वर्ग। तो बच्चों गऊआं की गिनती कितनी है? साढ़े को 18। तो बच्चों जो आप इसमें कटांगे तो साढ़े को आ जाना है 48 मीटर वर्ग, क्योंकि हरेक गऊ ने जो घाह का क्षेत्रफल जो चरिया है वो भी बच्चों क्षेत्रफल है, इस करके आप इसमें मीटर वर्ग के लिखांगे। तो बच्चों इस तरह हरेक गऊ द्वारा जो घाह का क्षेत्रफल उसमें चरिया जाएगा वो कितना है? 48 मीटर वर्ग है। तो इस तरह बच्चों आप इस सवाल हल कर सकते हैं भी सब तो पहला असीं कुल घाह के खेत का क्षेत्रफल पता कर लिया है, फिर उस तो बाद उसनूं गऊआं की गिनती नाल भाग किया है, तो भाग करके साडे कोले 48 मीटर वर्ग इसका क्षेत्रफल सानूं प्राप्त। बच्चों साडे अगे प्रश्न है, एक पतंग भिन्न भिन्न रंगां दे कागज तो बनी है। पतंग का उपरी भाग 32 सम वकर्ण वाला है। उपरी भाग बच्चों ये सानूं जो पतंग दिखाई दे रहा है इस भाग का वकर्ण है वो 32 सम वाला वकर्ण है। हेठला भाग 6 सम ते 8 सम भुजावां वाला एक सम दो भुजी त्रिभुज है। पता करो हरेक रंग का कितना कागज वरत्या गया है। तो बच्चों ये पतंग नूं 3 भागों में वंडिया गया है। ये इसका पहला भाग है, ये इसका दूसरा भाग है ते ये इसका तीसरा भाग है। तो बच्चों इसके अलग अलग रंग बनाए हैं। ये जब मान लो ये साडे कोले एक प्रकार का रंग है, इत्थे इस तरह बच्चों आप दर्शा सकते हैं। ये बच्चों दूसरे प्रकार का रंग है। इत्थे जो कागज लग्या है यह तीसरे प्रकार का कागज है, यानी कि इसका रंग अलग है। यानी कि बच्चों इस पतंग ते साडे कोले 3 प्रकार के रंग लगे हैं। पहले भाग ते होर लग्या है, दूसरे भाग ते होर लग्या है, तीसरे भाग ते होर लग्या है। तां असीं इन्हां तिन्नां हरेक रंग का जो कागज है उसका दसना भी कितना वरत्या गया है। कितना वरत्या गया तो भाव बच्चों
उस कागज का खेत्रफल कितना है, यानी कि पहले भाग का जो रंग वाला जो कागज है उसका खेत्रफल कितना है, दूसरे भाग वाला जो कागज है उसका खेत्रफल कितना है, ते तीसरे भाग वाला जो कागज है उसका खेत्रफल कितना है। तो बच्चों सानू दिता है जो उपरी भाग है वह 32 सम विकर्ण वाला वर्ग है। ये बच्चों उपरी भाग है, ये साडे कोल की है बच्चों वर्ग है। ਅਸੀਂ इसका नाम रखते हैं ए बी सी डी, उसका बच्चों विकर्ण। तो सानू पता है जो वर्ग के विकर्ण वो बच्चों की होंगे हैं बराबर होंगे हैं ते आपस विच लंब ते कटते हैं, यानी कि आपस विच 90 के कोण ते कटते हैं ते बराबर भी होंगे हैं कि जिन्ना विकर्ण का भाग इधर है उन्ना ही विकर्ण का भाग इधर होगा, जिन्ना इधर है उन्ना ही इधर होगा, यानी कि इस दे जो विकर्ण बच्चों आपस विच लंब कोण ते कटदे आ ते एक दूजे नूं समविभाजित भी करदे आ। तो बच्चों सानू जो कुल लंबाई दी है विकर्ण दी वो कितनी है 32 सेंटीमीटर है। तो बच्चों का जो ए वाला भाग कितना रह जाएगा 16, ये भी सारे रह जाएगा 16, ये भाग ये भी 16, ये बच्चों ये भाग भी सारे कितना रह जाएगा 16 सेंटीमीटर। ठीक है बच्चों, तो सानू इस विकर्ण नूं असीं जो 32 सम है उसनूं दो भागां 'च वंड लिया है। तो हुण असीं इन्हां दा बच्चों खेत्रफल पता करते हैं। तो बच्चों सब तो पहला त्रिभुज ए बी डी दा खेत्रफल। तो बच्चों त्रिभुज ए बी दा खेत्रफल यानी कि साडे जो पहले प्रकार का भाग है उसका खेत्रफल आ जाएगा। तो बच्चों देखो असीं इस त्रिभुज दे विच ए त्रिभुज का आधार बन गया बच्चों, ए आधार बन गया, ए वाली भुजा इसका शिखर लंब बन गई लंब। तो सानू पता है कि जदों सानू किसी त्रिभुज विच उसका आधार अते उस आधार ते उचाई पता होवे जान के लंब पता होवे तां असीं उसका खेत्रफल किस फार्मूले नाल पता करते हैं बच्चों 1/2 आधार गुणा लंब या ऊंचाई बच्चों आप इसनूं लिख सकते हैं। तो बच्चों 1/2 आधार कितना होगा बच्चों इसका बी डी, लंब बच्चों की होगा इसका ए। तो बच्चों आप इस बिंदु का नाम रख लेने एल, ए एल 1/2। तो बच्चों बी डी कितना होगा साढ़े देखो 16 इस पासे है 16 इस पासे, तो कुल कितना बच्चों कितना हो गया 32। जो बच्चों शिखर लंब है वो कितना है 16। तो बच्चों आप ऐसे कटिया 16 गुना 32, बच्चों 16 16 कितना आ जाता 256, क्योंकि बच्चों क्षेत्रफल है तो क्षेत्रफल कहाँ होता है वर्ग। तो इस तरह बच्चों पतंग का जो पहला भाग है उसका क्षेत्रफल कितना आ गया 256 सेंटीमीटर वर्ग, यानी कि पहले भाग दे रंग का क्षेत्रफल जो कितना आ गया 256 सेंटीमीटर वर्ग। हुण बच्चों असीं जो दूसरा वाला भाग है ये वाला त्रिभुज बी सी डी का क्षेत्रफल पता करते हैं। हुण बच्चों त्रिभुज बी सी डी का क्षेत्रफल, तो बच्चों देखिए आप हुण ए त्रिभुज है, ए त्रिभुज का आधार भी ए बनता है, ये बच्चों इसका क्या हो गया लंब। जे आप बच्चों इनू इस तरह उल्टा करके बना के देखांगे तो बच्चों साडे कोल जो इस तरह बन जाएगा, ये साडे कोल एल वाला बिंदु आ जाएगा, ये साडे कोल बच्चों सी वाला, तो बच्चों ये साडे कोल आ जाएगा बी वाला ते ये बच्चों साडे कोल डी वाला। तो सानू बच्चों जो आप इसनू उल्टा करते हैं इस तरह तो साडे कोल जिहड़ी त्रिभुज आ वो इस प्रकार दिखाई देगी। बच्चों बिंदु इसका शिफ्ट हो सकता, आप इसनू लिख सकते हैं समझने वास्ते बिंदु भी साडे कोल आपां रोटेट करते हैं, इस तरह रोटेट करते हैं बच्चों इस तरह साडे कोल आ जाएगा, ए बिंदु डी बन जाएगा, ए बी बन जाएगा। तो बच्चों देखो ए इसकी ऊंचाई होगी, ए इसका आधार होगा। तो इस तरह बच्चों कह सकते हैं कि त्रिभुज बी सी डी है इसका आधार की है बी डी, इसका शिखर लंब है ओके बच्चों सी एल।
ਤਾਂ ਪਹਿਲਾਂ ਬੱਚੋ ਉਹ ਵੀ ਲਿਖਾਂਗੇ 1/2 ਆਧਾਰ ਗੁਣਾ ਲੰਬ। ਤਾਂ ਬੱਚੋ ਸਾਡੇ ਕੋਲ 1/2 ਆਧਾਰ ਸਾਡੇ ਕੋਲ ਇਸਦਾ BD है, जो लंब है बच्चों वो CL है। तो बच्चों ਅਸੀਂ ਇਸ ਦੇ ਮੁੱਲ ਕਰਦੇ ਹਾਂ 1/2, BD ਦਾ ਮੁੱਲ ਬੱਚਿਓ 32 ਤੇ CL ਦਾ ਮੁੱਲ ਬੱਚਿਓ 16। ਇਸ ਨੂੰ ਕੱਟਿਆ ਬੱਚਿਓ 16 ਨੂੰ 16 ਨਾਲ ਕੀਤਾ ਬੱਚਿਓ 256 ਸੈਂਟੀਮੀਟਰ वर्ग। ਤਾਂ ਇਸ ਤਰ੍ਹਾਂ ਬੱਚਿਓ ਦੂਜੇ ਭਾਗ ਦੇ ਰੰਗ ਦਾ ਖੇਤਰਫਲ ਬੱਚੋ ਕਿੰਨਾ ਆ ਗਿਆ 256 ਸੈਂਟੀਮੀਟਰ वर्ग। यानी कि पतंग के दूजे भाग के रंग का खेत्रफल 256 सैंटीमीटर वर्ग, यानी कि जिन्ना ये है बच्चे उन्ना ही ये है। तो हम बच्चे साडे को रह गया तीसरे वाला भाग, तीसरे रंग वाला भाग रह गया। हुण असीं इसका खेत्रफल पता करना है। तो बच्चों साडे कोल जो ये है ये भी साडे कोल त्रिभुज है, इसका बच्चों नाम CEF, असीं इसका इस तरह नाम रख लिया है। तो बच्चों आप देखो भी इस त्रिभुज दे विच सानू इसका शिखर लंब नहीं पता नहीं है, तो इसका सानू तिन्ने भुजां पता हैं। तो जो त्रिभुज का तिन्ने भुजां पता होण तो असीं किहड़े सूत्र की वरतों करते हैं हीरो सूत्र की। तो बच्चों फिर असीं इस त्रिभुज CEF का जो क्षेत्रफल पता करांगे वो हीरो सूत्र की वरतों करके पता करांगे। तो बच्चों आप इत्थे लिखते हैं त्रिभुज CEF ਦਾ ਖੇਤਰਫਲ। ਇਹਦੀ ਵਰਤੋਂ ਕਰਕੇ ਬੱਚਿਓ ਹੀਰੋ सूत्र ਦੀ ਵਰਤੋਂ करके। तो बच्चों ਉਹਦੇ ਵਾਸਤੇ ਸਾਨੂੰ ਕਿੰਨੇ ਭੁਜਾਵਾਂ मान लो बच्चों ਅਸੀਂ ਇਸ ਨੂੰ A ਭੁਜਾ ਮੰਨ ਸਕਦੇ ਹਾਂ, ਇਸ ਨੂੰ ਅਸੀਂ B, ਇਸ ਨੂੰ ਅਸੀਂ C। तो A बच्चों सारे कितना हो गया 8 सम, B सारे को हो गया बच्चों 6 सम, C भी सारे को हो गया बच्चों 6 सम। तो बच्चों ये जो ये सारे को बिंदु है ये बड़ी सी है यानी कैपिटल C है, ये असी छोटी सी स्मॉल कैपिटल लेटर बनता है छोटी सी है। तो बच्चों हम असी S पता करते हैं, S सारे को होंदा A जमा B जमा C बटा 2। बच्चों कितना आ जाएगा 8 जमा 6 बटा 2, 8 से 14, 14 से बच्चों B बटा 2, बच्चों कितना आ जाएगा 10। ये सारे को आ गए बच्चों 10 सेंटीमीटर। तो हम त्रिभुज CEF का क्षेत्रफल हीरो सूत्र की वरतों करनी है। S ब्रैकेट S घटाओ A ब्रैकेट S घटाओ B, फिर बच्चों ब्रैकेट S घटाओ C सारे का वर्गमूल। S साढ़े को है 10, आगे साढ़े को आएगा बच्चों 10 घटाओ 8, 10 घटाओ 6, 10 घटाओ 6, बच्चों कितना रहेगा 10, 10 चो 8 कटे 2, 10 चो 6 कटे 4, आगे 10 चो 6 कटे 4 ऊपर वर्गमूल। तो बच्चों असीं इस तरह के गुणनखंड बनाए 5 गुणा 2, अगे ए 2 लिखा, अगे 4 गुणा 4। तो बच्चों ये सारे को जोड़ा बन गया, जोड़ा बन गया सारे को 2 का 1 4 का, ये वर्गमूल तो बाहर आ गई, अंदर है सारे को 5। तो बच्चों ये बन गया 8 वर्गमूल 5 सेंटीमीटर वर्ग। तो इस तरह बच्चों तीजे भाग का खेत्रफल सानू प्राप्त हो गया 8 वर्गमूल 5 सेंटीमीटर वर्ग। तो बच्चों जो संघ का तीसरा भाग है तो इसका क्षेत्रफल आ गया 8 वर्गमूल 5 सेंटीमीटर वर्ग। तो इस तरह बच्चों असीं तिन्ने भाग दे जो अलग अलग प्रकार का रंग है कंघ से वरत्या गया उन्होंने तिन्ना भागों के क्षेत्रफल असीं पता कर लए हैं। तो बच्चों उम्मीद है तुहानूं अज दे जिहड़े सवाल है समझ आ गए होण। ते अभ्यास विच इन्हां नाल दे विच कुछ होर सवाल होर हन। अभ्यास 12.2 दे विच तुसीं ओह भी घरे जरूर हल करके देखणे। फिर मिलांगे, धन्नवाद।